हेलो स्टूडेंट्स, वेलकम ऑल ऑफ यू इन दिस वीडियो। सो बच्चे इस वीडियो ਦੇ ਵਿੱਚ ਆਪਾਂ ਨੇ ਇੱਕ ਟੌਪਿਕ ਸਟੱਡੀ ਕਰਨਾ ਹੈ ਫੀਲਡ ਇੰਟੈਂਸਿਟੀ ਔਨ ਇਕੁਆਟੋਰੀਅਲ ਲਾਈਨ ਆਫ ਇਲੈਕਟ੍ਰਿਕ ਡਾਈਪੋਲ। ਠੀਕ ਹੈ, ਸੋ ਆਓ ਸਮਝਦੇ ਹਾਂ। ਦੇਖੋ ਬੱਚੇ, ਇਹ ਆਪਣਾ ਹੈਗਾ 네ਗੇਟਿਵ ਚਾਰਜ ਮਾਈਨਸ ਕਿਊ ਤੇ ਇਹ ਆਪਣੇ ਕੋਲ ਹੈਗਾ ਪਲੱਸ ਕਿਊ ਚਾਰਜ। ਠੀਕ ਹੈ ਬੱਚੇ, ਸੋ ਇਹਨਾਂ ਦੀ ਜਿਹੜੀ ਦੂਰੀ ਹੈ ਉਹ ਕਿੰਨੀ ਹੈ ਇੱਕ ਦੂਸਰੇ ਤੋਂ 2a ਤੇ ਇਹ ਕੀ ਬਣਾ ਰਹੇ ਹੋਣਗੇ ਬੱਚੇ ਆਪਸ ਵਿੱਚ ਮਿਲ ਕੇ ਇੱਕ ਇਲੈਕਟ੍ਰਿਕ ਡਾਈਪੋਲ ਆਪਾਂ ਨੇ ਸਟੱਡੀ ਕੀਤਾ ਹੈ। ਠੀਕ ਹੈ, ਹੁਣ ਇਹ ਰਿਹਾ ਬੱਚੇ ਇਹਨਾਂ ਦਾ ਸੈਂਟਰ ਪੁਆਇੰਟ ਇਲੈਕਟ੍ਰਿਕ ਡਾਈਪੋਲ ਦਾ। ਠੀਕ ਹੈ, ਤੇ ਸੈਂਟਰ ਪੁਆਇੰਟ ਤੋਂ ਉਸਦੇ ਲਾਈਨ ਆਫ ਐਕਸ਼ਨ ਦੇ ਮੰਨ ਲਓ ਇੱਕ ਚਾਰਜ ਪਿਆ ਅਨਦਰ ਚਾਰਜ ਕਿਤੇ ਉਰੇ, ਬਾਈ ਕਨਵੈਨਸ਼ਨ ਆਪਾਂ ਇਸ ਨੂੰ ਕੀ ਕੰਸੀਡਰ ਕਰਦੇ ਆ +1 ਕੂਲਮ। ਠੀਕ ਹੈ, ਤਾਂ ਦੇਖੋ ਹੁਣ ਇਕੁਆਟੋਰੀਅਲ ਲਾਈਨ ਦਾ ਮਤਲਬ ਇਹੀ ਹੁੰਦਾ ਹੈ। ਇਸ ਤੋਂ ਪਹਿਲਾਂ ਵਾਲੇ ਟੌਪਿਕ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀ ਐਕਸੀਅਲ ਲਾਈਨ। ਐਕਸੀਅਲ ਲਾਈਨ ਤੇ ਕਿਹੜਾ ਪੁਆਇੰਟ ਸੀਗਾ ਵੀ ਬਿਲਕੁਲ ਇਸ ਦੇ ਲਾਈਨ ਆਫ ਐਕਸ਼ਨ ਦੇ ਕਿਤੇ ਉਰੇ ਜੇ ਕੋਈ ਪੁਆਇੰਟ ਪਿਆ। ਬਟ ਹੁਣ ਆਪਾਂ ਨੇ ਕਿਹੜੀ ਡੈਰੀਵੇਸ਼ਨ ਸਟੱਡੀ ਕਰ ਰਹੇ ਆ ਆਪਾਂ ਇਕੁਆਟੋਰੀਅਲ ਲਾਈਨ ਵਾਲੀ। ਇਕੁਆਟੋਰੀਅਲ ਲਾਈਨ ਦਾ ਮਤਲਬ ਕਿ ਵੀ ਉਸ ਤੋਂ ਬਿਲਕੁਲ 90 ਡਿਗਰੀ ਤੇ ਪਿਆ, ਉਸ ਲਾਈਨ ਆਫ ਐਕਸ਼ਨ ਤੋਂ 90 ਡਿਗਰੀ ਤੇ ਇੱਕ ਚਾਰਜ ਪਿਆ, ਉੱਥੇ ਕਿੰਨੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਲੱਗੇਗੀ ਇਲੈਕਟ੍ਰਿਕ ਡਾਈਪੋਲ ਕਰਕੇ, ਉਹ ਆਪਾਂ ਨੇ ਪਤਾ ਕਰਨਾ ਹੈ। ਤਾਂ ਬੱਚੇ ਇਸ ਨੂੰ ਆਪਾਂ ਇੱਕ ਵਾਰ ਜੁਆਇਨ ਕਰ ਦਿੰਦੇ ਆ। ਠੀਕ ਹੈ, ਜੁਆਇਨ ਕਰਕੇ ਇਹ ਇੱਕ ਟ੍ਰਾਇੰਗਲ ਦੀ ਫਾਰਮ ਬਣ ਗਈ। ਤਾਂ ਹੁਣ ਦੇਖੋ ਬੱਚੇ, ਇਹ ਮਾਈਨਸ ਕਿਊ ਚਾਰਜ ਇਸ ਪਲੱਸ ਵਾਲੇ ਚਾਰਜ ਨੂੰ ਆਪਣੇ ਵੱਲ ਕੀ ਕਰੇਗਾ ਅਟਰੈਕਟ। ਠੀਕ ਹੈ, ਮਤਲਬ ਇਸ ਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਜਿਹੜੀ ਡਾਇਰੈਕਸ਼ਨ ਹੋਏਗੀ ਉਹ ਕਿਸ ਸਾਈਡ ਹੋਏਗੀ ਡਾਊਨਵਰਡਸ। ਮੰਨ ਲਓ ਉਸ ਨੂੰ ਆਪਾਂ E1 ਵੈਕਟਰ ਨਾਲ ਡਿਨੋਟ ਕਰ ਦਿੰਦੇ ਆ ਤੇ ਇਹ ਪਲੱਸ ਕਿਊ ਚਾਰਜ ਇਸ ਪਲੱਸ ਕਿਊ ਚਾਰਜ ਨੂੰ ਕੀ ਕਰ ਰਿਹਾ ਹੋਏਗਾ ਰਿਪੈਲ ਕਰ ਰਿਹਾ। ਠੀਕ ਹੈ, ਤੇ ਇਸ ਦੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨੂੰ ਆਪਾਂ ਕਿਸ ਨਾਲ ਡਿਨੋਟ ਕਰ ਦਿੰਦੇ ਆ E2 ਵੈਕਟਰ ਦੇ ਨਾਲ। ਹੁਣ ਬੱਚੇ ਇਹ ਜਿਹੜਾ ਵੈਕਟਰ ਹੈ E1 ਵੈਕਟਰ ਇਸ ਡਾਇਰੈਕਸ਼ਨ ਦੇ ਵਿੱਚ, ਇਸ ਦੇ ਦੋ ਕੰਪੋਨੈਂਟਸ ਰਿਜ਼ੋਲਵ ਹੋਣਗੇ। ਇੱਕ ਕੰਪੋਨੈਂਟ ਇਸ ਡਾਇਰੈਕਸ਼ਨ ਦੇ ਵਿੱਚ, ਠੀਕ ਹੈ, ਤੇ ਇਹ ਲਾਈਨ ਇਸ ਵਾਲੀ ਲਾਈਨ ਨੇ ਕੀ ਹੈ ਪੈਰਲਲ। ਤਾਂ ਇੱਕ ਕੰਪੋਨੈਂਟ ਇਸ ਡਾਇਰੈਕਸ਼ਨ 'ਚ ਰਿਜ਼ੋਲਵ ਹੋਏਗਾ, ਇੱਕ ਕੰਪੋਨੈਂਟ ਇਸ ਦਾ ਇਸ ਡਾਇਰੈਕਸ਼ਨ ਦੇ ਵਿੱਚ ਰਿਜ਼ੋਲਵ ਹੋਏਗਾ ਡਾਊਨਵਰਡਸ। ਹੁਣ ਬੱਚੇ ਮੰਨ ਲਓ ਜੇਕਰ ਇਹ ਵਾਲਾ ਐਂਗਲ ਆਪਣਾ ਕਿੰਨਾ ਹੈ ਥੀਟਾ, ਤਾਂ ਇਹ ਵਾਲਾ ਐਂਗਲ ਵੀ ਕੀ ਹੋਏਗਾ ਥੀਟਾ। ਅਲਟਰਨੇਟ ਐਂਗਲਸ ਹੋ ਜਾਣਗੇ ਇਹ, ਕਿਉਂਕਿ ਇਹ ਵਾਲੀ ਲਾਈਨ ਇਸ ਵਾਲੀ ਲਾਈਨ ਦੇ ਕੀ ਹੈ ਪੈਰਲਲ ਤੇ ਇਹ ਇੱਕ ਇਹਨਾਂ ਦੀ ਟ੍ਰਾਂਸਵਰਸਲ ਹੈ। ਤਾਂ ਇਹ ਕੀ ਹੋ ਗਏ, ਜੇ ਇਹ ਥੀਟਾ ਹੈ ਤਾਂ ਉਹ ਵੀ ਥੀਟਾ, ਅਲਟਰਨੇਟ ਐਂਗਲਸ ਹੋਣਗੇ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਜੇ ਇਹ ਇਧਰ ਨੂੰ ਥੀਟਾ ਹੈ ਤਾਂ ਇਹ ਕੰਪੋਨੈਂਟ ਕਿਹੜਾ ਹੋ ਜਾਏਗਾ E1 cos ਥੀਟਾ ਤੇ ਨੀਚੇ ਵਾਲਾ ਕੰਪੋਨੈਂਟ ਕਿਹੜਾ ਹੋ ਜਾਏਗਾ ਬੱਚੇ E1 sin ਥੀਟਾ ਹੋ ਜਾਏਗਾ। ਹੁਣ ਆਪਾਂ ਇਹ ਚੀਜ਼ ਮੰਨ ਲੈਂਦੇ ਆ ਵੀ ਇਸ ਸੈਂਟਰ ਪੁਆਇੰਟ ਤੋਂ ਇਹ ਵਾਲਾ ਚਾਰਜ ਦੀ ਜਿਹੜੀ ਦੂਰੀ ਹੈ ਉਹ ਕਿੰਨੀ ਹੈ ਬੱਚੇ ਕੁਛ r। ਕਿੰਨੀ ਦੂਰੀ ਹੈ r ਦੀ ਦੂਰੀ। ਠੀਕ ਹੈ, ਇਹ ਜਿਵੇਂ ਆਪਾਂ ਨੇ ਐਕਸੀਅਲ ਦੇ ਵਿੱਚ ਵੀ ਸੈਂਟਰ ਪੁਆਇੰਟ ਤੋਂ ਉਸ ਚਾਰਜ ਦੀ ਦੂਰੀ ਕਿੰਨੀ ਲੈਟ ਕੀਤੀ ਸੀਗੀ r ਲੈਟ ਕੀਤੀ ਸੀ, ਐਵੇਂ ਆਪਾਂ ਉਰੇ ਇਸ ਸੈਂਟਰ ਡਾਈਪੋਲ ਦੇ ਸੈਂਟਰ ਤੋਂ ਉਸ ਚਾਰਜ ਦਾ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੈ r। ਠੀਕ ਹੈ, ਤੇ ਇਹ ਹਾਫ ਡਿਸਟੈਂਸ ਤਾਂ ਆਪਾਂ ਨੂੰ ਪਤਾ ਹੀ ਹੈ ਕਿੰਨਾ ਹੁੰਦਾ ਹੈ a। ਤੇ ਉਸ ਤੋਂ ਬਾਅਦ ਇਹ ਪਲੱਸ ਕਿਊ ਚਾਰਜ ਇਸ ਦੇ ਉੱਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਉਸ ਸਾਈਡ ਲਗਾਏਗਾ ਤੇ ਇਸ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇ ਵੀ ਬੱਚੇ ਦੋ ਵੈਕਟਰਸ ਦੋ ਕੰਪੋਨੈਂਟਸ ਰਿਜ਼ੋਲਵ ਹੋਣਗੇ। ਇੱਕ ਤਾਂ ਇਸ ਡਾਇਰੈਕਸ਼ਨ ਦੇ ਵਿੱਚ, ਇੱਕ ਇਸੀ ਡਾਇਰੈਕਸ਼ਨ ਦੇ ਵਿੱਚ ਦੂਸਰਾ ਕੰਪੋਨੈਂਟ ਰਿਜ਼ੋਲਵ ਹੋਏਗਾ। ਹੁਣ ਕਿਹੜਾ cos ਥੀਟਾ ਹੋਏਗਾ ਬੱਚੇ, ਕਿਹੜਾ sin ਥੀਟਾ ਹੋਏਗਾ। ਦੇਖੋ ਇਹ ਵਾਲੀ ਜਿਹੜੀ ਡਾਈਪੋਲ ਵਾਲੀ ਲਾਈਨ ਹੈ ਇਹ ਕਿਸ ਦੇ ਪੈਰਲਲ ਹੈ ਬੱਚੇ, ਇਸ ਦੇ ਪੈਰਲਲ ਹੈ। ਮੰਨ ਲੈਂਦੇ ਆਪਾਂ ਇਹ ਐਂਗਲ ਵੀ ਕੀ ਹੈ, ਇਹ ਐਂਗਲ ਵੀ ਥੀਟਾ ਹੀ ਹੋਏਗਾ। ਜੇ ਇਹ ਐਂਗਲ ਥੀਟਾ ਹੈ ਤਾਂ ਬੱਚੇ ਇਹ ਐਂਗਲ ਵੀ ਕੀ ਹੋਏਗਾ ਥੀਟਾ। ਇਹ ਹੋਣਗੇ ਕੋਰਸਪੋਂਡਿੰਗ ਐਂਗਲਸ। ਤੁਸੀਂ ਦੇਖ ਸਕਦੇ ਹੋ, ਦੇਖੋ ਇਹ ਲਾਈਨ ਇੱਕ ਜਾ ਰਹੀ ਹੈ ਸਟ੍ਰੇਟ, ਆਪਾਂ ਅਲੱਗ ਤੋਂ ਇੱਥੇ ਸਮਝ ਲੈਂਦੇ ਆ ਵੀ ਆਪਣੇ ਕੋਲ ਇਹ ਟ੍ਰਾਇੰਗਲ ਹੈ। ਠੀਕ ਹੈ, ਤਾਂ ਇੱਕ ਲਾਈਨ ਬਿਲਕੁਲ ਐਵੇਂ ਸਟ੍ਰੇਟ ਜਾ ਰਹੀ ਹੈ ਇਸ ਦੇ ਪੈਰਲਲ, ਇਹ ਉੱਪਰ ਨੂੰ ਜਾ ਰਹੀ ਹੈ, ਤਾਂ ਇਹ ਐਂਗਲਸ ਆਪਸ ਵਿੱਚ ਕੀ ਹੋਣਗੇ ਬੱਚੇ ਕੋਰਸਪੋਂਡਿੰਗ ਐਂਗਲਸ। ਤਾਂ ਇਹ ਥੀਟਾ ਹੈ ਤਾਂ ਇਹ ਵੀ ਕੀ ਹੋਏਗਾ ਥੀਟਾ ਹੋਏਗਾ। ਤਾਂ ਇੱਥੋਂ ਆਪਾਂ ਨੂੰ ਕਲੀਅਰ ਹੋ ਰਿਹਾ ਇਹ ਵਾਲਾ ਕੰਪੋਨੈਂਟ E2 cos ਥੀਟਾ ਤੇ ਉੱਪਰ ਵਾਲਾ ਕਿਹੜਾ ਹੋਏਗਾ E2 sin ਥੀਟਾ। ਮਤਲਬ ਕਿ ਬੱਚੇ ਇਸ ਡਾਇਰੈਕਸ਼ਨ ਦੇ ਵਿੱਚ ਦੋ ਕੰਪੋਨੈਂਟਸ ਨੇਗੇ, ਇੱਕ E1 cos ਥੀਟਾ ਇੱਕ E2 cos ਥੀਟਾ।
ਤੇ ਉੱਪਰ E2 sin ਥੀਟਾ ਤੇ ਨੀਚੇ ਕੀ ਹੈ E1 sin ਥੀਟਾ। ਠੀਕ ਹੈ, ਸੋ ਇਹ ਇਸ ਦਾ ਡਾਇਗਰਾਮ ਬਣ ਜਾਂਦਾ ਹੈ। ਇਸ ਤੋਂ ਬਾਅਦ ਹੁਣ ਬੱਚੇ ਜੇ ਆਪਾਂ ਨੇ ਮੰਨ ਲਓ ਮੈਗਨੀਟਿਊਡ ਪਤਾ ਕਰਨਾ ਹੈ, ਠੀਕ ਹੈ, ਪਹਿਲਾਂ ਆਪਾਂ E1 ਵੈਕਟਰ ਦਾ ਮੈਗਨੀਟਿਊਡ ਪਤਾ ਕਰਦੇ ਹਾਂ। ਕੀ ਹੋਏਗਾ, ਉਸ ਦਾ ਫਾਰਮੂਲਾ ਕੀ ਹੁੰਦਾ ਬੱਚੇ, k q r ਸਕੁਅਰ। ਤਾਂ k ਕੀ ਹੋ ਗਿਆ 1/4 ਪਾਈ ਐਪਸਾਈਲਨ ਨੋਟ q, ਕਿੰਨਾ ਚਾਰਜ ਹੈ ਕਿਉਂਕਿ E1 ਦੀ ਗੱਲ ਕਰ ਰਹੇ ਹਾਂ, ਉਹ E1 ਇਸ ਚਾਰਜ ਕਰਕੇ ਲੱਗ ਰਹੀ ਹੈ ਤਾਂ q। ਠੀਕ ਹੈ, ਮੈਗਨੀਟਿਊਡ ਕੰਸੀਡਰ ਕਰਨਾ ਓਨਲੀ ਅਪੋਨ r ਸਕੁਅਰ। ਕਿਹੜਾ ਡਿਸਟੈਂਸ ਹੋਏਗਾ ਬੱਚੇ r ਸਕੁਅਰ। ਮੰਨ ਲਓ ਇਸ ਨੂੰ ਆਪਾਂ ਪੁਆਇੰਟਸ ਨੂੰ ਨੇਮ ਦੇ ਦਿੰਦੇ ਆ a, ਇਸ ਨੂੰ ਨੇਮ ਦੇ ਦਿਓ b, ਇਸ ਪੁਆਇੰਟ ਨੂੰ ਆਪਾਂ ਨੇਮ ਦੇ ਦਿੰਦੇ ਆ c। ਤਾਂ a ਤੋਂ ਲੈ ਕੇ c ਤੱਕ ਦਾ ਡਿਸਟੈਂਸ ਆਪਾਂ ਕੰਸੀਡਰ ਕਰਾਂਗੇ ਨਾ, a ਤੋਂ c ਤੱਕ, ਤਾਂ ac ਦਾ ਹੋਲ ਸਕੁਅਰ ਆ ਜਾਏਗਾ। ਹੁਣ ਬੱਚੇ ਕਿਆ ਆਪਾਂ ਨੂੰ ac ਡਿਸਟੈਂਸ ਪਤਾ ਹੈ, ਨਹੀਂ ਪਤਾ, ਤਾਂ AC ਡਿਸਟੈਂਸ ਆਪਾਂ ਕਿਵੇਂ ਪਤਾ ਕਰਾਂਗੇ, ਆਪਾਂ ਇਹ ਟ੍ਰਾਇੰਗਲ ਕੰਸੀਡਰ ਕਰ ਲੈਂਦੇ ਆ। ਇਨ ਟ੍ਰਾਇੰਗਲ AOC ਬੱਚੇ ਟ੍ਰਾਇੰਗਲ ਕੰਸੀਡਰ ਕਰ ਲਓ, ਆਪਾਂ ਇੱਥੇ ਬਣਾ ਵੀ ਲੈਂਦੇ ਆ ਅਲੱਗ ਤੋਂ। ਤਾਂ ਇਹ ਆਪਣੇ ਕੋਲੇ ਕੀ ਹੈ, ਡਾਈਪੋਲ ਦਾ ਹਾਫ ਡਿਸਟੈਂਸ A, ਠੀਕ ਹੈ ਨਾ, ਕਿਉਂਕਿ -q ਚਾਰਜ ਤੋਂ ਸੈਂਟਰ ਤੱਕ, ਠੀਕ ਹੈ, ਇਹ A ਹੋ ਗਿਆ ਤੇ ਉਸ ਡਾਈਪੋਲ ਦੇ ਸੈਂਟਰ ਤੋਂ ਉਸ ਚਾਰਜ ਦਾ ਡਿਸਟੈਂਸ ਕਿੰਨਾ ਹੈ, ਕਿੰਨਾ ਕੰਸੀਡਰ ਕੀਤਾ ਆਪਾਂ ਨੇ r। ਦੇਖੋ ਕਿੰਨਾ ਕੰਸੀਡਰ ਕੀਤਾ ਹੋਇਆ r। ਤਾਂ ਆਪਾਂ ਨੂੰ ਤਾਂ ਇਹ AC ਚਾਹੀਦਾ ਹੈ, ਤਾਂ ਇਸ ਦੇ ਵਿੱਚ ਆਪਾਂ ਪਾਈਥਾਗੋਰਸ ਲਗਾ ਸਕਦੇ ਹਾਂ, ਬਿਲਕੁਲ ਲਗਾ ਸਕਦੇ ਹਾਂ। ਤਾਂ AC ਸਕੁਅਰ ਇਜ਼ ਇਕੁਅਲ ਟੂ AO ਸਕੁਅਰ ਪਲੱਸ OC ਸਕੁਅਰ। ਤਾਂ AC ਸਕੁਅਰ ਇਜ਼ ਇਕੁਅਲ ਟੂ AO ਕਿੰਨਾ ਬੱਚੇ A ਸਕੁਅਰ ਪਲੱਸ OC ਸਕੁਅਰ ਕਿੰਨਾ ਹੈ R ਸਕੁਅਰ। ਤਾਂ AC ਸਕੁਅਰ ਦੀ ਵੈਲਿਊ ਆਪਣੀ ਕਿੰਨੀ ਆ ਗਈ A ਸਕੁਅਰ ਪਲੱਸ R ਸਕੁਅਰ। ਮੰਨ ਲਓ ਜੇ ਇੱਥੋਂ ਆਪਾਂ ਨੂੰ AC ਦੀ ਵੈਲਿਊ ਚਾਹੀਦੀ ਆ, ਉਹ ਕੀ ਆ ਜਾਏਗੀ ਬੱਚੇ ਰੂਟ A ਸਕੁਅਰ ਪਲੱਸ R ਸਕੁਅਰ ਆ ਜਾਏਗੀ। ਠੀਕ ਹੈ, ਹੁਣ ਅੱਗੇ ਦੇਖੋ ਕਿਆ ਜੋ ਆਪਣੀ AC ਸਕੁਅਰ ਦੀ ਵੈਲਿਊ ਆਈ ਹੈ ਕਿਆ ਆਪਾਂ ਉਰੇ ਪੁੱਟ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ ਜੀ। ਤਾਂ E1 ਵੈਕਟਰ ਦਾ ਐਕਸਪ੍ਰੈਸ਼ਨ ਕੀ ਆ ਗਿਆ ਬੱਚੇ 1/4 ਪਾਈ ਐਪਸਾਈਲਨ ਨੋਟ q ਅਪੋਨ AC ਸਕੁਅਰ ਆਪਣਾ ਕਿੰਨਾ ਹੈ A ਸਕੁਅਰ ਪਲੱਸ R ਸਕੁਅਰ, ਚਾਹੇ ਇਸ ਨੂੰ R ਸਕੁਅਰ ਪਲੱਸ A ਸਕੁਅਰ ਕਿਉਂ ਨਾ ਲਿਖ ਦੋ ਤਾਂ ਵੀ ਸਹੀ ਹੈ। ਇੱਕ ਗੱਲ ਦਾ ਧਿਆਨ ਰੱਖਿਓ ਬੱਚੇ, ਉਰੇ AC ਸਕੁਅਰ ਹੈ, ਆਪਾਂ AC ਸਕੁਅਰ ਦੀ ਹੀ ਵੈਲਿਊ ਪੁੱਟ ਕਰਤੀ A ਸਕੁਅਰ ਪਲੱਸ R ਸਕੁਅਰ। ਕਿਤੇ ਤੁਸੀਂ R ਸਕੁਅਰ ਪਲੱਸ A ਸਕੁਅਰ ਲਿਖਣ ਤੋਂ ਬਾਅਦ ਵੀ ਉਸ ਤੋਂ ਬਾਅਦ ਸਕੁਅਰ ਲਗਾ ਰਹੇ ਹੋ, ਉਹ ਗਲਤ ਹੋ ਜਾਏਗਾ, ਕਿਉਂਕਿ ਉਰੇ AC ਸਕੁਅਰ ਦੀ ਵੈਲਿਊ ਆਪਾਂ ਨੂੰ ਚਾਹੀਦੀ ਸੀ। ਠੀਕ ਹੈ, ਤਾਂ ਇਹ E1 ਵੈਕਟਰ ਦਾ ਐਕਸਪ੍ਰੈਸ਼ਨ ਬਣ ਗਿਆ। ਹੁਣ ਬੱਚੇ ਜੇ ਆਪਾਂ E2 ਵੈਕਟਰ ਦਾ ਐਕਸਪ੍ਰੈਸ਼ਨ ਬਣਾਵਾਂਗੇ 1/4 ਪਾਈ ਐਪਸਾਈਲਨ ਨੋਟ, ਚਾਰਜ ਵੀ ਬਿਲਕੁਲ ਸੇਮ ਹੈ, ਦੇਖੋ Q, ਠੀਕ ਹੈ, ਮੈਗਨੀਟਿਊਡ ਕੰਸੀਡਰ ਕਰਨਾ ਓਨਲੀ ਅਪੋਨ, ਹੁਣ ਡਿਸਟੈਂਸ ਕਿਹੜਾ ਕੰਸੀਡਰ ਕਰਾਂਗੇ ਆਪਾਂ ਬੱਚੇ B ਤੋਂ C ਤੱਕ ਦਾ। ਧਿਆਨ ਨਾਲ ਦੇਖੋ ਕਿਹੜਾ ਡਿਸਟੈਂਸ ਕੰਸੀਡਰ ਕਰਾਂਗੇ B ਤੋਂ C ਤੱਕ ਦਾ। ਹੁਣ ਬੱਚੇ ਜੇ B ਤੋਂ C ਤੱਕ ਦਾ ਡਿਸਟੈਂਸ ਆਪਾਂ ਕੰਸੀਡਰ ਕਰ ਰਹੇ ਹਾਂ, ਜੇ ਉਹੀ ਟ੍ਰਾਇੰਗਲ ਆਪਾਂ ਦੁਬਾਰਾ ਤੋਂ ਕੰਸੀਡਰ ਕੀਤੀ, ਠੀਕ ਹੈ, ਉਹੀ ਨਹੀਂ ਸੌਰੀ ਵੀ ਜੇ ਇਹ ਵਾਲੀ ਟ੍ਰਾਇੰਗਲ ਆਪਾਂ ਕੰਸੀਡਰ ਕਰਾਂਗੇ ਤਾਂ ਇਸ ਟ੍ਰਾਇੰਗਲ ਦੇ ਵਿੱਚ ਵੀ ਦੇਖੋ ਪਰਪੈਂਡੀਕੂਲਰ ਕਿੰਨਾ ਹੈ R, ਬੇਸ ਕਿੰਨਾ ਹੈ A, ਤਾਂ ਹਾਈਪੋਟਨਿਊਜ਼ ਵੀ ਸੇਮ ਆਏਗਾ। ਤਾਂ ਮਤਲਬ ਇਸ ਕੇਸ ਚ ਡਿਸਟੈਂਸ ਉਰੇ ਕਿੰਨਾ ਹੋਏਗਾ BC ਸਕੁਅਰ। ਅੱਗੋਂ BC ਸਕੁਅਰ ਦੀ ਵੈਲਿਊ ਵੀ ਬੱਚੇ ਕਿੰਨੀ ਆਏਗੀ 1/4 ਪਾਈ ਐਪਸਾਈਲਨ ਨੋਟ Q ਅਪੋਨ BC ਸਕੁਅਰ ਵੀ ਬੱਚੇ ਕਿੰਨਾ ਹੋਏਗਾ ਸੇਮ, ਕਿੰਨਾ ਹੋਏਗਾ R ਸਕੁਅਰ ਪਲੱਸ A ਸਕੁਅਰ। ਜੋ AC ਸਕੁਅਰ ਹੈ ਉਨਾ ਹੀ BC ਸਕੁਅਰ ਹੋਏਗਾ। ਹੁਣ E1 ਵੈਕਟਰ ਵੀ ਆਪਣੇ ਕੋਲੇ ਆ ਗਿਆ, E2 ਵੈਕਟਰ ਵੀ ਆ ਗਿਆ। ਠੀਕ ਹੈ, ਤਾਂ ਬੱਚੇ ਇੱਥੋਂ ਤੁਸੀਂ ਕੀ ਦੇਖ ਪਾ ਰਹੇ ਹੋ, we can see that E1 is equal to E2। E1 किस दे बराबर आ रहे हैं बच्चे, E2 ਦੇ ਬਰਾਬਰ ਹੈਗੇ ਕਿ ਨਹੀਂ ਹੈਗਾ, ਬਿਲਕੁਲ ਹੈਗਾ। ਦੇਖੋ ਇਸ ਦਾ ਮੈਗਨੀਟਿਊਡ ਵੀ ਸੇਮ ਹੈ, ਇਸ ਦਾ ਮੈਗਨੀਟਿਊਡ ਵੀ ਕੀ ਹੈ ਸੇਮ ਆਇਆ ਬਿਲਕੁਲ। ਤਾਂ ਜੇ ਦੋਨੋਂ ਸੇਮ ਨੇ therefore E1 sin theta is equal to E2 sin theta। ਐਗਰੀ অর ਨੋਟ। ਜੇ E1 E2 ਆਪਸ ਦੇ ਵਿੱਚ ਬਰਾਬਰ ਨੇ ਤਾਂ ਜਿਹੜਾ ਕੰਪੋਨੈਂਟ ਬੱਚੇ ਇਹ ਨੀਚੇ ਨੂੰ ਲੱਗ ਰਿਹਾ E1 sin θ ਇਹ ਕਿਸ ਦੇ ਬਰਾਬਰ ਹੋਏਗਾ E2 sin θ ਦੇ ਬਰਾਬਰ ਹੋਏਗਾ ਕਿ ਨਹੀਂ ਹੋਏਗਾ। ਕਿਵੇਂ ਦੇਖੋ E1 sin θ, ਠੀਕ ਹੈ, ਹੁਣ ਥੀਟਾ ਥੀਟਾ ਤਾਂ ਆਬਵੀਅਸਲੀ ਸੇਮ ਹੋਣਗੇ। ਅੱਗੋਂ E2 ਕਿਸ ਦੇ ਬਰਾਬਰ ਹੈ E1 ਦੇ,
E2 किस दे बराबर है E1 दे, ਤਾਂ E1 sin थीटा इज इक्वल टू E2 ਨੂੰ ਅੱਗੇ ਆਪਾਂ ਕੀ ਲਿਖ ਸਕਦੇ ਆ, ਕੀ ਲਿਖ ਸਕਦੇ ਆ E1 sin थीटा, मतलब कि E1 sin थीटा किस दे बराबर हो जाएगा E2 sin थीटा दे। sin थीटा तो सेम ही है ना, बस E2 ਨੂੰ ਅੱਗੋਂ ਆਪਾਂ ਕੀ ਲਿਖ ਸਕਦੇ ਆ E1, ਤਾਂ ਇਹ ਦੋਨੋਂ ਕੰਪੋਨੈਂਟਸ ਇੱਕ ਦੂਸਰੇ ਦੇ ਕੀ ਹੋ ਗਏ ਬਰਾबर। ਹੁਣ ਇਹ ਦੋਨੋਂ ਕੰਪੋਨੈਂਟਸ ਬੱਚੇ ਇੱਕ ਦੂਸਰੇ ਦੇ ਬਰਾबर ਨੇ, ਸੇਮ ਹੈ ਇਹਨਾਂ ਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨਾਂ ਦੀ ਕੀ ਹੈ ਆਪੋਜ਼ਿਟ, ਜਿਸ ਕਰਕੇ ਇਹ ਦੋਨੋਂ ਕੰਪੋਨੈਂਟਸ E1 sin थीटा ਤੇ E2 sin थीटा ਇਹ ਇੱਕ ਦੂਸਰੇ ਨੂੰ ਕੀ ਕਰ ਦੇਣਗੇ ਕੈਨਸਲ ਕਰ ਦੇਣਗੇ। ਹੈਂਸ E1 sin थीटा and E2 sin थीटा components cancel out each other, cancel out each other। ਇਹ ਇੱਕ ਦੂਸਰੇ ਨੂੰ ਕੈਨਸਲ ਕਰ ਦੇਣਗੇ, ਕਿਉਂ? ਕਿਉਂਕਿ ਇਹਨਾਂ ਦਾ ਮੈਗਨੀਟਿਊਡ ਕੀ ਹੈ ਸੇਮ ਤੇ ਡਾਇਰੈਕਸ਼ਨ ਕੀ ਹੈ ਆਪੋਜ਼ਿਟ, ਠੀਕ ਹੈ। the net electric field intensity, the net electric field intensity is only due to ਕਿਹੜੇ ਕੰਪੋਨੈਂਟਸ ਕਰਕੇ ਬੱਚੇ net electric field intensity ਬਚੂਗੀ, ਜਿਹੜੇ ਕੰਪੋਨੈਂਟਸ ਉਸ ਡਾਇਰੈਕਸ਼ਨ ਦੇ ਵਿੱਚ ਨੇ ਦੋ, E1 cos theta ਤੇ E2 cos theta is only due to E1 cos theta, ठीक है, and E2 cos theta, ठीक है। सो नेट इलेक्ट्रिक फील्ड इंटेंसिटी जी आपको पता करनी है, E वेक्टर इज इक्वल टू E1 cos थीटा प्लस E2 cos थीटा, ठीक है। हुण आपां नूं पता है बच्चे E1 अगों किस दे बराबर है E2 दे, मतलब E2 किदे बराबर है E1 दे, तां E2 नूं रिप्लेस कर दो E1 नाल cos थीटा। हुण E1 cos थीटा प्लस E1 cos थीटा ये की आ जाएगा बच्चे 2E1 cos थीटा आ जाएगा। तो इलेक्ट्रिक फील्ड इंटेंसिटी E वेक्टर इज इक्वल टू 2 एज इट इज मल्टीप्लाई E1 दी वैल्यू आपने कितनी पता कीती है 1/4 पाई एप्सिलॉन नॉट Q अपॉन R स्क्वायर प्लस A स्क्वायर मल्टीप्लाई cos थीटा। हुण बच्चे इस ट्रायंगल दे विच, ठीक है ना, मतलब ये वाला ट्रायंगल है, चाहे ये कंसीडर कर लो चाहे ये कंसीडर कर लो। इस ट्रायंगल च जे आपां cos थीटा फार्मूला लगाने आ तां cos थीटा दा फार्मूला की हुंदा है बेस अपॉन हाइपोटेन्यूज। बेस कितना होएगा बच्चे हुण अपना a, ठीक है ना, a अपॉन हाइपोटेन्यूज अपनी की होएगी a तो c तक, a तो c तक। हुण ac स्क्वायर नहीं आपां नूं चाहीदा, ac डिस्टेंस चाहीदा है। अगो ac डिस्टेंस हुण अपना कितना हो गया बच्चे रूट r स्क्वायर प्लस a स्क्वायर। तब बच्चे E वेक्टर इज इक्वल टू 2 मल्टीप्लाई Q अपॉन 4 पाई एप्सिलॉन नॉट R स्क्वायर प्लस A स्क्वायर, ठीक है, मल्टीप्लाई, चलो ये जेड़ा मल्टीप्लाई A है इनू इस नाल ही मल्टीप्लाई कर दिंदे आ। हुण देखो बच्चे R स्क्वायर प्लस A स्क्वायर दी पावर उरे की है अपने कोले 1 है, ते R स्क्वायर प्लस A स्क्वायर दी पावर उरे की है अपने कोले रूट है, रूट दा मतलब की हुंदा हाफ। जे बेस सेम होवे तां पावर्स आपां की करदे आ बच्चे ऐड, A दी पावर की है 1, O दी पावर की है हाफ, 1 प्लस हाफ दा जदों एलसीएम लओगे तां ओह कितना आ जाएगा बच्चे अपने कोले 3/2। तां उरे आपां इस नूं कंबाइन करके की लिख सकदे आ 3/2। तां E वेक्टर इज इक्वल टू Q मल्टीप्लाई 2A, ठीक है। Q मल्टीप्लाई 2A नु बच्चे हुण आपां की लिख सकदे आ डाइपोल मोमेंट। इस तो पहला आपने किया सीगा डाइपोल मोमेंट जिसका फॉर्मूला की हुंदा सी Q मल्टीप्लाई 2A, तां Q मल्टीप्लाई 2A नु आपां की लिख सकदे आ P डिवाइडेड बाय 4 पाई एप्सिलॉन नॉट R स्क्वायर प्लस A स्क्वायर दी पावर 3/2। सो ये अपने को एक्सप्रेशन बन गया बच्चे किसदा इलेक्ट्रिक फील्ड इंटेंसिटी ऑन इक्वेटोरियल लाइन ऑफ इलेक्ट्रिक डाइपोल, ठीक है। हुण इफ डाइपोल इज वेरी शॉर्ट, डाइपोल इज शॉर्ट, शॉर्ट दा मतलब जे 2a डिस्टेंस बहुत ही ज्यादा छोटा होवे जिन्नी दूरी दे ऊपर वो चार्ज टेस्ट चार्ज पे है,
ठीक है ना। ਇਹ ਡਾਈਪੋਲ ਦੇ ਵਿੱਚ ਦਾ ਜਿਹੜਾ ਡਿਸਟੈਂਸ ਹੈ ਇਹ ਕੀ ਹੋ ਜੇ ਬਹੁਤ ਜ਼ਿਆਦਾ ਛੋਟਾ ਹੋ ਜੇ ਇਸ ਡਿਸਟੈਂਸ r ਤੋਂ, ਤਾਂ ਆਪਾਂ ਕੀ ਨਿਗਲੈਕਟ ਕਰ ਸਕਦੇ ਆ, ਨਿਗਲੈਕਟ a ਸਕੁਅਰ ਇਸ ਚੋਂ ਬੱਚੇ ਨਿਗਲੈਕਟ ਕਰ ਦੋ। ਜੇ a ਸਕੁਅਰ ਨਿਗਲੈਕਟ ਕਰਾਂਗੇ ਤਾਂ ਨੈਟ ਐਕਸਪ੍ਰੈਸ਼ਨ e ਵੈਕਟਰ ਇਜ਼ ਇਕੁਅਲ ਟੂ p ਡਿਵਾਈਡਡ ਬਾय 4 ਪਾਈ ਐਪਸਾਈਲਨ ਨੋਟ। देखो r स्क्वायर a स्क्वायर ਤਾਂ ਨਿਗਲੈਕਟ ਹੋ ਗਿਆ ਨਾ, ਤਾਂ r स्क्वायर ਦੀ ਪਾਵਰ ਕੀ ਰਹਿ ਜਾਏਗੀ ਬੱਚੇ 3/2, ਠੀਕ ਹੈ। r स्क्वायर ਦੀ ਪਾਵਰ ਕੀ ਰਹਿ ਗਈ 3/2, ਅੱਗੋਂ e ਵੈਕਟਰ ਇਜ਼ ਇਕੁਅਲ ਟੂ p ਡਿਵਾਈਡਡ ਬਾय 4 ਪਾਈ ਐਪਸਾਈਲਨ ਨੋਟ r। देखो बच्चे स्क्वायर ਨਾਲ ਆਹ ਵਾਲਾ 2 ਕੀ ਹੋ ਜਾਏਗਾ ਕੈਂਸਲ, ਕਿਉਂਕਿ ਪਾਵਰਸ ਆਪਸ ਮਲਟੀਪਲਾਈ ਹੋਣਗੀਆਂ ਤੇ 2 multiply 3/2 ਤਾਂ 2 ਨਾਲ 2 ਕੈਂਸਲ ਕਰਕੇ ਕੱਲਾ ਕੀ ਰਹਿ ਜਾਏਗਾ r ਕਿਊਬ, ਠੀਕ ਹੈ। ਸੋ ਇਹ ਆਪਣੇ ਕੋਲੇ ਐਂਡ ਐਕਸਪ੍ਰੈਸ਼ਨ ਬਣ ਗਿਆ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਔਨ ਇਕੁਆਟੋਰੀਅਲ ਲਾਈਨ ਆਫ ਇਲੈਕਟ੍ਰਿਕ ਡਾਈਪੋਲ। ਹੁਣ ਬੱਚੇ ਇੱਕ ਲਾਸਟ ਗੱਲ ਬੜੀ ਇੰਪੋਰਟੈਂਟ ਹੈ, ਦੇਖੋ ਇਹ ਆਪਣੇ ਕੋਲੇ ਡਾਈਪੋਲ ਹੈ -q ਚਾਰਜ +q ਚਾਰਜ। ਇਸ ਡਾਈਪੋਲ ਦੀ ਡਾਈਪੋਲ ਮੋਮੈਂਟ p ਵੈਕਟਰ ਕਿਹੜੀ ਡਾਇਰੈਕਸ਼ਨ 'ਚ ਹੋਏਗੀ, ਇਸ ਸਾਈਡ नेगेटिव तो पॉजिटिव, मतलब लेफ्ट टू राइट, ठीक है। बट इस डाइपोल करके इस चार्ज के उत्ते नेट इलैक्ट्रिक फील्ड इंटेंसिटी केड़ी डायरेक्शन च लग रही है, इस डायरेक्शन च देखो राइट तो लेफ्ट डायरेक्शन दे विच लग रही है कि नहीं लग रही, क्योंकि दोनों यही वाले कंपोनेंट्स तो कैंसल हो गए सी, बट मेन कंपोनेंट्स जिहड़े ये सीगे E1 cos थीटा E2 cos थीटा, ये उस चार्ज नूं केड़ी साइड लैके जा रहे ने राइट तो लैफ्ट। बट डाइपोल मोमेंट दी डायरेक्शन की है लैफ्ट तो राइट। सो इस करके जे आपां उरे वैक्टर फॉर्म च इस नूं लिख रहे हां तां इहदे अगे साइन की आ जाएगा बच्चे नेगेटिव। भी इलैक्ट्रिक फील्ड इंटेंसिटी दी जिहड़ी डायरेक्शन है ओह ओपोजिट है किस दी डायरेक्शन तो, डाइपोल मोमेंट दी डायरेक्शन तो, ठीक है बच्चे। सो ये अपनी डेरिवेशन सी, इस दा स्क्रीनशॉट तुसी ले सकदे हो ते उस तो बाद फिर तुसी रिवीजन कर सकदे हो, ठीक है बच्चे। ओके